आज मोगा में करीब 12 बजे एक पेट्रोल पंप मालिक को पैसों के लेन देन को लेकर उसको अगवा कर लिया गया और उसके बाद उस पर फायर भी किए गए और बाद में पेट्रोल पंप वाले को खेतों में छोड़ भाग निकले अगवाकार। वहीं पेट्रोल पंप मालिक द्वारा अपनी आत्मरक्षा के लिए अपने लाइसेंस रिवॉल्वर से युवकों पर की गई फायरिंग, जिसमें से एक युवक की बाजू पर लगी गोली और एक अगवाकार खुद मोगा के सिविल हॉस्पिटल में आकर दाखिल हो गया, जिसको पुलिस ने गिरफ्तार भी कर लिया है। वहीं जानकारी देते हुए घायल बलदेव सिंह ने बताया कि हमारा पेट्रोल पंप मालिक के साथ कुछ पैसों का लेन देन था, जिसके चलते हमारी रास्ते में पेट्रोल पंप मालिक के साथ कहासुनी हो गई और उसके बाद पेट्रोल पंप मालिक द्वारा हम पर फायरिंग की गई। घायल बलदेव सिंह ने बताया कि उन्होंने पेट्रोल पंप मालिक को अगवा नहीं किया था। पेट्रोल पंप मालिक ने बताया कि कुछ युवकों द्वारा उनसे पैसों की मांग की गई थी, लेकिन मांग पूरी न होने की सूरत में उन्होंने उसको अगवा कर लिया और बाद में उसकी ही गाड़ी में कई गांवों में घुमाते रहे और उसके बाद मोगा के गांव चुग्गा के पास छोड़कर भाग गए। उन्होंने कहा, जब इन युवकों की तरफ से उन पर फायरिंग की गई तो अपनी आत्मरक्षा के लिए अपनी लाइसेंस रिवॉल्वर से उन पर फायरिंग की। उन्होंने बताया कि अगवाकारों में से 2 युवक को वह पहले से ही जानते थे। वहीं मौके पर पहुंचे मोगा के डीएसपी सिटी ब्रजेंद्र सिंह भुल्लर ने बताया कि पैसों के लेन देन को लेकर पेट्रोल पंप मालिक हरमन और बलदेव सिंह के दरमियान कहासुनी हो गई थी, जिसको लेकर बलदेव सिंह द्वारा पेट्रोल पंप मालिक हरमन को अगवा कर लिया गया और उस पर फायरिंग भी की गई। डीएसपी ने बताया कि बलदेव सिंह ने खुद पेट्रोल पंप मालिक हरमन की बंदूक से अपने आप पर फायरिंग कर ली ताकि क्रॉस पर्चा दर्ज हो सके। फिलहाल बलदेव सिंह खुद ही अस्पताल आकर दाखिल हो गया, जिसकी बाजू पर गोली लगी थी और पुलिस ने उसको गिरफ्तार कर लिया है और पेट्रोल पंप मालिक हरमन के बयानों पर पुलिस कार्रवाई कर रही है। सामने तो भी हरमन आउंदा पिया हैगा ते रास्ते 'च रोक के गड्डी रुक गई। आमो सामने वेख के एक दूजे रोक लिया सी, ਪੁੱਛਣ ਲੱਗ ਪਏ ਵੀ ਪੈਸੇ ਲੈਣੇ ਸੀਗੇ ਬਾਈ ਤੋਂ। ਅਸੀਂ ਕਿਹਾ ਵੀ ਪੈਸੇ ਦੇ ਦੇ ਬਾਈ, ਤੇ ਇੰਨੇ ਨਾਲ ਜੀ ਉੱਥੇ ਬਹਿਸ ਵਸਾਈ ਹੋ ਗਈ ਪੈਸਿਆਂ ਨਾਲ। ਉਹ ਤਾਂ ਪੈਸੇ ਮੁੱਕਰ ਗਏ ਜੀ, ਸਾਡੇ ਪੈਸੇ ਲੈਣੇ ਸੀਗੇ ਜੀ, ਉਹ ਤੋਂ ਦਵਾਏ ਸੀਗੇ ਕਿਸੇ ਤੋਂ। ਤੁਸੀਂ ਹਰਮਨ ਤੋਂ ਕਿੰਨੇ ਪੈਸੇ ਲੈਣੇ ਜੀ? ਅਸੀਂ ਲੱਖ ਰੁਪਈਆ ਲੈਣਾ ਸੀਗਾ ਜੀ। ਤੁਹਾਡੇ ਨਾਲ ਹੁਣ ਕੌਣ ਕੌਣ ਸੀ? ਮੇਰੇ ਨਾਲ ਤੇ ਰਾਜਵੀਰ ਤੇ ਮਨਪ੍ਰੀਤ ਸੀਗੇ। ਇਹ ਕਿੱਥੋਂ ਦੇ ਰਹਿਣ ਵਾਲੇ ਆ? ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਤਲਵੰਡੀ ਤੋਂ ਹੀ ਹੈ। ਤੇ ਉਹ ਦੂਜਾ ਮੁੰਡਾ ਕਿੱਥੋਂ ਦਾ ਸੀ? ਉਹ ਵੀ ਤਲਵੰਡੀ ਤੋਂ ਹੀ। ਤੁਸੀਂ ਗੋਲੀ ਫਾਇਰ ਕੀਤੀ ਉਹਨਾਂ ਦੇ? ਨਹੀਂ ਨਹੀਂ ਸਰ ਜੀ, ਉਹਨੇ ਕੀਤੀ ਹੈ ਯਾਰ। ਕਿਡਨੈਪ ਤੁਹਾਡੇ ਵੱਲੋਂ ਕੀਤਾ ਗਿਆ ਸੀ ਉਹਨੂੰ? ਨਹੀਂ, ਕਿਡਨੈਪਿੰਗ ਨਹੀਂ ਕੀਤੀ ਗਈ ਸਰ ਜੀ, ਸਾਹਮਣੇ ਪਾਸ ਲੜਾਈ ਹੋਈ ਹੈ ਜੀ ਸਾਡੀ ਉਹਦੀ। ਦੱਸਿਆ ਜਾ ਰਿਹਾ ਵੀ 2 ਘੰਟੇ ਤੁਸੀਂ ਉਹਨੂੰ ਆਪਦੀ ਰੱਖਿਆ ਕਿਡਨੈਪਿੰਗ ਕਰਕੇ। ਨਹੀਂ ਨਹੀਂ ਸਰ ਜੀ, ਕੋਈ ਕਿਡਨੈਪਿੰਗ ਨਹੀਂ ਕੀਤੀ। ਤੇ ਹੁਣ ਜਿਹੜੀ ਗੋਲੀ ਤੁਹਾਡੇ ਵੱਜੀ ਹੈ ਕਿਹਨੇ ਮਾਰੀ ਆ? ਇਹ ਹਰਮਨ ਨੇ ਮਾਰੀ ਹੈ। ਤੁਸੀਂ ਵੀ ਉਹਦੇ ਮਾਰੀ ਆ? ਨਹੀਂ ਨਹੀਂ, ਇਹਨਾਂ ਨੇ ਲੁੱਟ ਖੋਹ ਕਰਨ ਮੈਨੂੰ ਪੈ ਗਏ ਤੇ ਚੜੈਕ ਵਾਲੇ ਰਾਹ 'ਤੇ ਸੀਗੇ। ਮੈਂ ਆਪਣੇ ਪੈਟਰੋਲ ਪੰਪ ਆ ਮੇਰਾ ਬੁੱਟਰ ਤੇ ਬਾਘਾ ਪੁਰਾਣਾ ਮੇਰਾ ਘਰ ਹੈ। ਮੈਂ ਜਾ ਰਿਹਾ ਸੀ ਆਪਣੇ ਪੰਪ 'ਤੇ, ਸੋ ਰਸਤੇ 'ਚ ਜਾਣੀ ਕਿ ਇਹਨਾਂ ਨੇ ਮੈਨੂੰ ਘੇਰ ਕੇ 6 ਜਣੇ ਸੀਗੇ, ਗੱਡੀ ਅੱਗੇ ਲਾ ਲਈ ਇਹਨਾਂ ਨੇ, ਜਿਵੇਂ ਮੇਰੇ ਆਪੋਜੀਟ ਸੀਗੇ ਇਹਨਾਂ ਨੇ ਗੱਡੀ ਲਾ ਲਈ, ਘੇਰ ਕੇ ਇਹਨਾਂ ਨੇ ਮੇਰੇ 'ਤੇ ਫਾਇਰਿੰਗ ਕਰਤੀ। ਕਿੰਨੇ ਪੈਸੇ ਦੀ ਤੁਹਾਡੇ ਕੋਲ ਲੁੱਟ ਖੋਹ? 1.5 ਲੱਖ ਰੁਪਏ ਮੇਰੇ ਤੋਂ ਲੈ ਗਿਆ, ਇੱਕ ਮੇਰੀ ਚੈਨ ਹੈ। ਉਦੋਂ ਬਾਅਦ 'ਚ ਮੈਨੂੰ ਉੱਥੋਂ ਕਿਡਨੈਪ ਕਰਕੇ ਇਹਨਾਂ ਨੇ ਤੇ ਮੈਨੂੰ ਘੁਮਾਈ ਫਰਾਈ ਗਏ ਪਿੰਡਾਂ 'ਚ। ਕੋਈ ਰੰਜਿਸ਼ ਸੀ ਤੁਹਾਡੀ ਇਹਨਾਂ ਨਾਲ? ਨਹੀਂ ਕੋਈ ਰੰਜਿਸ਼ ਨਹੀਂ। ਕੋਈ ਪੈਸੇ ਦਾ ਲੈਣ ਸੀ? ਨਹੀਂ, ਇਹ ਤਾਂ ਬਸ ਪੈਸੇ ਮੇਰੇ ਤੋਂ ਮੰਗਦੇ ਸੀਗੇ ਜੀ, ਕਹਿੰਦੇ ਸਾਨੂੰ 2 ਲੱਖ ਰੁਪਏ ਦੇ। ਕਿਸ ਗੱਲ ਦੇ ਪੈਸੇ ਮੰਗਦੇ? ਬਸ ਇੱਦਾਂ ਹੀ ਜਿਵੇਂ ਧਮਕੀ ਵਾਲੀ ਵੀ ਸਾਨੂੰ ਚਾਹੀਦੇ ਬਾਈ, ਸਾਨੂੰ ਚਾਹੀਦੇ ਦੇ ਦਿਓ ਸਾਨੂੰ। ਪੁਲਿਸ ਦਾ ਦੱਸਣ ਮੁਤਾਬਕ ਪੈਸੇ ਲੈਣੇ ਤੁਸੀਂ ਉਹਨਾਂ ਤੋਂ? ਹਾਂਜੀ, 1,88,000 ਰੁਪਏ ਪਹਿਲਾਂ। ਉਹ ਕਾਹਦੇ ਦਿੱਤੇ ਸੀ? ਉਹ ਇਹਦੀ ਪਹਿਲਾਂ ਮਾਂ ਸੀਗੀ, ਕੈਂਸਰ ਹੋਇਆ ਸੀ ਉਹਨੂੰ, ਉਦੋਂ ਲੈ ਕੇ ਮੈਥੋਂ ਕਿ ਬਾਈ ਜੀ ਮੇਰੀ ਮਾਂ ਢਿੱਲੀ ਆ, ਮੈਂ ਤੈਨੂੰ ਦੇ ਦੂੰਗਾ। ਮੈਂ ਚੱਲ ਕੋਈ ਯਾਰ ਲੈ ਜਾ। ਉਸ ਤੋਂ ਬਾਅਦ ਫਿਰ ਯਾਨੀ ਕਿ ਇਹ ਜਦੋਂ ਉਹਦੀ ਮਾਂ ਦੀ ਜਦੋਂ ਪੂਰੀ ਹੋਈ ਆ, ਉਸ ਤੋਂ ਬਾਅਦ ਫਿਰ ਭੋਗ 'ਤੇ ਲੈ ਗਏ ਫੜ ਕੇ। ਕੁਛ ਮੇਥੋਂ ਜਿਵੇਂ ਤੇਲ ਪਵਾਏ ਸੀਗੇ ਪੰਪ। ਜਾਣਦੇ? 2 ਜਣੇ ਜਾਣਦੇ ਮੈਨੂੰ। ਤੇ ਬਲਦੇਵ ਸਿੰਘ ਦਾ ਕਹਿਣਾ ਕਿ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ? ਨਹੀਂ, ਮੈਂ ਨਹੀਂ ਕੋਈ ਫਾਇਰਿੰਗ। ਉਹ ਤਾਂ ਜਦੋਂ ਇਹਨਾਂ ਨੇ ਮੇਰੇ 'ਤੇ ਫਾਇਰਿੰਗ ਕਰਤੀ ਜੀ, ਮੇਰੇ ਇੱਥੇ ਲੱਗ ਗਈ ਫਾਇਰ, ਉਸ ਤੋਂ ਬਾਅਦ ਮੈਂ ਸੈਲਫ ਪ੍ਰੋਟੈਕਸ਼ਨ ਲਈ ਆਪਣੀ ਤਾਂ ਮੈਂ ਆਪਣੇ ਅਸਲੇ ਦੇ ਨਾਲ ਫਿਰ ਫਾਇਰਿੰਗ ਕੀਤੀ। 2 ਘੰਟੇ ਤੁਹਾਨੂੰ ਅਗਵਾ ਕਰਕੇ ਰੱਖਿਆ? ਕਿੱਥੇ ਰੱਖਿਆ? 2 ਘੰਟੇ ਇਹਨਾਂ ਨੇ ਮੇਰੇ ਹੀ ਗੱਡੀ 'ਚ ਮੈਨੂੰ ਅਗਵਾ ਕਰਕੇ ਤੇ ਮੈਨੂੰ ਇੱਧਰ ਚੁੱਗਾ ਰੌਲੀ, ਇੱਧਰ ਜੋ ਪਿੰਡ ਹੈਗੇ ਪਾਸੇ ਅਸੀਂ ਤਲਵੰਡੀ ਵਗੈਰਾ। ਉਸ ਦੌਰਾਨ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਉਹਨਾਂ ਨੇ? ਕੁਛ ਨਹੀਂ, ਕਹਿੰਦੇ ਬਾਈ ਤੈਨੂੰ ਛੱਡ ਦਾਂਗੇ, ਕੋਈ ਨਹੀਂ, ਕਹਿੰਦੇ ਪਹਿਲਾਂ ਅਸੀਂ 307 ਦਾ ਤੇਰੇ 'ਤੇ ਪਰਚਾ ਕਰਾਵਾਂਗੇ ਤੇ ਕਹਿੰਦੇ ਫਿਰ ਤੈਨੂੰ ਛੱਡਾਂਗੇ। ਤੇ ਉਸ ਤੋਂ ਬਾਅਦ ਫਿਰ ਸਾਹਿਬ ਆਪਣਾ ਜਿਹੜੇ SHO ਸਾਹਿਬ ਆ ਬਦਨੀ ਕਲਾਂ, ਉਹਨਾਂ ਨੇ ਵਾਇਰਲੈਸ ਕਿਤੇ ਸਾਰੀ ਕੀਤੀ ਹੋਈ ਸੀ। ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਫੋਨ 'ਤੇ, ਰਾਜ ਕਿਤੇ ਕਰਦਾ ਹੁੰਦਾ ਸੀਗਾ, ਉਹਨੇ ਕਿਤੇ ਦੱਸਿਆ ਵੀ ਉਹ ਕਰਕੇ ਹਰਮਨ ਨਾਲ ਆ ਘਟਨਾ ਵਾਪਰ ਗਈ, ਤੂੰ ਚੱਲੋ। ਫਿਰ ਉਹਨੇ ਆਪਣਾ ਵਾਇਰਲੈਸ ਕੀਤੀ ਤੇ ਫਿਰ ਯਾਨੀ ਕਿ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਮੰਮੀ ਡੈਡੀ ਇਹਨਾਂ ਨੂੰ ਹੋ ਗਿਆ ਵੀ ਫੜ ਲਏ ਚੱਕ ਲਏ ਆ, ਫਿਰ ਮੈਨੂੰ ਕਹਿੰਦੇ ਬਾਈ ਕਹਿੰਦੇ ਆਪਦਾ ਸਾਡੇ ਨਾਲ ਜਾਂ ਤਾਂ ਕਰ ਲਈ ਰਾਜੀਨਾਮਾ
ਨਹੀਂ ਤਾਂ ਕਹਿੰਦੇ ਵੀ ਤੈਨੂੰ ਅਸੀਂ ਮਾਰਾਂਗੇ ਹੁਣ। ਤੇ ਇਦਾਂ ਕਹਿ ਕੇ ਫਿਰ ਜਾਣੀ ਕਿ ਮੈਨੂੰ ਛੱਡ ਕੇ ਚਲੇ ਗਏ, ਕਹਿੰਦੇ ਅੱਜ ਤੈਨੂੰ ਛੱਡ ਦਿੰਦੇ ਹਾਂ। ਕਿੱਥੇ ਛੱਡਿਆ ਨੂੰ? ਮੈਨੂੰ ਇਹ ਚੁੱਗਾ ਖੁਰਦ ਕੋਲ। ਫਿਰ ਉੱਥੋਂ ਤੁਸੀਂ ਪੁਲਿਸ ਨੂੰ ਕੰਟੈਕਟ ਕੀਤਾ ਜਾਂ ਪੁਲਿਸ? ਹਾਂਜੀ, ਮੈਂ ਉੱਥੋਂ ਕੋਈ ਰਾਹਗੀਰ ਤੋਂ ਕਿਸ ਤੋਂ ਲੈ ਕੇ ਫੋਨ, ਤੇ ਮੈਂ ਆਪਣਾ ASA ਹੈਗੇ ਉੱਥੇ ਮੱਖਣ ਸਿੰਘ, ਉਹਨਾਂ ਨੂੰ ਫੋਨ ਲਾਇਆ, ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਇੱਥੇ ਖੜਾਂਗਾ। ਫਿਰ ਉਹ ਆ ਗਈ ਸਾਰੀ ਪੁਲਿਸ ਪਾਰਟੀ ਜਿੰਨੀ ਸੀਗੀ। ਤੇ ਤੁਹਾਡੀ ਹਾਲਤ ਕਿੱਦਾਂ ਦੀ ਹੁਣ? ਪਰ ਠੀਕ ਹੈ ਜੀ, ਨਾਰਮਲ ਹੈ। ਧਮਕੀਆਂ ਕਿਸ ਤਰ੍ਹਾਂ ਦੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਪੈਸੇ ਮੰਗਦੇ ਸੀਗੇ, ਹਾਂਜੀ, ਧਮਕੀ ਦੇ ਕੇ ਕਿਸ ਤਰ੍ਹਾਂ ਦੇ ਕੀ ਕਰਨ ਸੀਗਾ ਪੈਸੇ ਦੀ? ਪਤਾ ਨਹੀਂ ਹੁਣ ਇਹਨੇ ਕੀ ਕਰਨਾ ਸੀ, ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਇਹਨੇ ਕਾਹਦੇ ਲਈ ਮੰਗਦੇ ਸੀ। ਮੈਨੂੰ ਕਹਿੰਦੇ ਸਾਨੂੰ ਲੋੜ ਆ, ਸਾਨੂੰ ਦਿਓ ਪੈਸੇ। ਇੱਕ ਹਰਮਨਜੀਤ ਸਿੰਘ ਆ, ਬਦਨੀ ਕਲਾਂ ਦਾ ਪੈਟਰੋਲ ਪੰਪ ਹੈ, ਰਹਿਣ ਵਾਲਾ ਇਹ ਬਾਘੇ ਪੁਰਾਣੇ ਦਾ। ਇਹ ਬਾਘੇ ਪੁਰਾਣੇ ਤੋਂ ਬਦਨੀ ਕਲਾਂ ਡੇਲੀ ਵਾਇਆ ਚੜੇਕੀ ਆਉਂਦਾ ਸੀਗਾ। ਇਹਦੇ ਕੁਝ ਮੁੰਡਿਆਂ ਨਾਲ ਪੈਸੇ ਦਾ ਲੈਣ ਦੇਣ ਸੀ, ਇਹਨੇ ਪੈਸੇ ਲੈਣੇ ਸੀ ਉਹਨਾਂ ਤੋਂ। ਉਹ ਪੈਸੇ ਦੇਣ ਦੀ ਬਜਾਏ ਹੋਰ ਪੈਸੇ ਮੰਗਦੇ ਸੀ ਇਹਦੇ ਤੋਂ। ਉਹ ਸੀਗੇ ਰਾਜਵੀਰ, ਬਲਦੇਵ ਸਿੰਘ ਤੇ ਗੁੱਗੂ। ਤੇ ਅੱਜ ਉਹਨਾਂ ਨੇ ਚੜਿੱਕ ਦੇ ਕੋਲ ਕੋਠੇ ਜੈਤੋ ਚੜਿੱਕ, ਉੱਥੇ ਇਹਨੂੰ ਕਰੀਬ 11:30 ਵਜੇ ਇਹ ਆਪਦੀ I-20 'ਚ ਆ ਰਿਹਾ ਸੀਗਾ, ਤਾਂ ਉਹਨਾਂ ਨੇ ਇੱਕ ਸਕੋਰਪੀਓ ਕਾਲੇ ਰੰਗ ਦੀ ਤੇ ਇੱਕ ਏਸੈਂਟ ਕਾਰ ਸੀਗੀ, ਉਹਦੇ ਨਾਲ ਇਹਨੂੰ ਘੇਰ ਲਿਆ। ਇਹਦੇ ਤੇ ਹਮਲਾ ਕੀਤਾ, ਉਹਨਾਂ ਨੇ ਫਾਇਰ ਕੀਤਾ ਇਹਦੇ ਤੇ, ਇਹਨੇ ਜਵਾਬੀ ਫਾਇਰ ਕੀਤਾ। ਤਾਂ ਫਿਰ ਉਹਨਾਂ ਨੇ ਇਹਨੂੰ ਕਿਡਨੈਪ ਕਰ ਲਿਆ। ਉਹਨੂੰ ਕਾਫੀ 2 ਘੰਟੇ ਉਹਨੂੰ ਘੁਮਾਉਂਦੇ ਰਹੇ, ਤੇ ਜਦੋਂ ਘੁਮਾਉਂਦੇ ਰਹੇ ਇਹਦੇ ਹੱਥ ਬੰਨ੍ਹੇ ਹੋਏ ਸੀਗੇ। ਜਿਹੜਾ ਸੀਗਾ ਰਾਜਵੀਰ, ਉਹਨੇ ਹਰਮਨ ਦੇ ਲਾਇਸੈਂਸੀ ਰਿਵਾਲਵਰ ਨਾਲ, ਜਿਹੜਾ ਬਲਦੇਵ ਸਿੰਘ ਹੈ ਇਹਦੀ ਡੋਲੇ ਦੇ ਕੋਲ, ਉਹਨੇ ਹੀ ਗੋਲੀ ਮਾਰੀ ਆ ਵੀ ਅਸੀਂ ਬਰਾਬਰ ਦਾ ਕੇਸ ਬਣਾਵਾਂਗੇ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਹਰਕਤ 'ਚ ਆਈ, ਸਾਰੀਆਂ ਟੀਮਾਂ, ਸਾਈਬਰ ਕ੍ਰਾਈਮ ਦੀ ਟੀਮ ਵੀ, ਇਹਨਾਂ 'ਤੇ ਪ੍ਰੈਸ਼ਰ ਬਣਿਆ, ਤਾਂ ਇਹਨਾਂ ਨੇ ਉਹਨੂੰ ਛੱਡ ਦਿੱਤਾ। ਤੇ ਆਪ ਜਿਹੜਾ ਹੈਗਾ ਸੀਗਾ ਹਸਪਤਾਲ ਤੱਕ ਦਾਖਲ ਹੋ ਗਿਆ। ਜਿਹੜਾ ਹਰਮਨ ਸੀ ਉਹ ਵੀ ਇਸ ਵੇਲੇ ਦਾਖਲ ਹੈ। ਹਾਲਤ ਕਿੱਦਾਂ ਦੀ ਤੁਹਾਨੂੰ? ਹਾਲਤ ਠੀਕ ਹੈ। ਕਿੰਨੀਆਂ ਗੋਲੀਆਂ ਲੱਗੀਆਂ ਨੇ? ਇੱਕ ਗੋਲੀ ਵੱਜੀ ਆ ਡੋਲੇ ਤੇ, ਉਹ ਵੀ ਇਹਨਾਂ ਨੇ ਆਪ ਹੀ ਮਾਰੀ ਆ ਉਹਦੇ ਰਿਵਾਲਵਰ ਦੇ ਨਾਲ। ਕਿੰਨੀ ਅਰੈਸਟ ਕੀਤੀ ਤਾਂ ਪੁਲਿਸ ਵੱਲੋਂ ਕੀ ਕਾਰਵਾਈ? ਦੋਨਾਂ ਦੇ ਮਾਮਲਾ ਦਰਜ ਹੈ। ਅਰੈਸਟ ਜਿਹੜਾ ਹੈਗਾ ਬਲਦੇਵ ਇੱਥੇ ਐਡਮਿਟ ਹੋਣੀ ਆ ਗਿਆ, ਅਕਿਊਜ਼ਡ ਹੈ, ਤੇ ਜਿਹੜਾ ਹਰਮਨਜੀਤ ਆ ਉਹ ਵੀ ਇਸ ਵੇਲੇ ਐਡਮਿਟ ਹੈ। ਸਰ ਬਲਦੇਵ ਦੇ ਨਾਲ ਕਿੰਨੇ ਬੰਦੇ ਸੀ ਹੋਰ ਵੀ? ਬਲਦੇਵ ਦੇ ਨਾਲ ਪਹਿਲਾਂ ਤਾਂ ਜਿਹੜਾ ਹਰਮਨ ਦੱਸਦਾ ਸੀ ਉਹ ਤਾਂ 6 ਬੰਦੇ ਦੱਸਦਾ ਸੀਗਾ। ਇਹ ਹੁਣ ਜਿਹੜਾ ਬਲਦੇਵ ਹੈ ਇਹ ਇਸ ਵੇਲੇ ਨਸ਼ੇ ਦੀ ਹਾਲਤ 'ਚ ਲੱਗਦਾ ਹੈ, ਕੁਝ ਕਲੀਅਰ ਨਹੀਂ ਦੱਸ ਰਿਹਾ। ਇਹ 2 ਬੰਦਿਆਂ ਦੇ ਨਾਂ ਹੀ ਲੈ ਰਿਹਾ। ਤੇ ਕਿਡਨੈਪ ਕਰਕੇ ਸਰ ਕਿੱਥੇ ਲੈ ਗਏ? ਕਿਡਨੈਪ ਕਰਕੇ ਇਹਨੂੰ ਅਲੱਗ-ਅਲੱਗ ਥਾਵਾਂ ਤੇ ਇਹਨੂੰ ਘੁਮਾਉਂਦੇ ਰਹੇ, ਆ ਰੌੜੀ ਵੱਲ ਲੈ ਗਏ। ਸਰ ਪੈਸਾ ਲੈਣ ਦੇਣ ਕਿੱਦਾਂ ਦਾ ਸੀਗਾ? ਕੋਈ ਇਹਨਾਂ ਨੇ ਉਧਾਰ ਲਏ ਸੀ ਪੈਸੇ ਜਾਂ ਕਿਸ ਤਰ੍ਹਾਂ ਦੀ ਫਰੋਤੀ ਕੋਈ ਸੀ? ਨਹੀਂ, ਫਰੋਤੀ ਵਾਲਾ ਕੋਈ ਗੱਲਬਾਤ ਨਹੀਂ। ਪੈਸੇ ਇਹਨਾਂ ਦਾ ਲੈਣ ਦੇਣ ਸੀਗਾ। 1,88,000 ਇਹਨਾਂ ਨੇ ਸ਼ਾਇਦ ਪਹਿਲਾਂ ਲਿਆ ਹੋਇਆ ਸੀਗਾ, ਤੇ ਉਹ ਤੋਂ ਹੋਰ ਪੈਸੇ ਮੰਗਦੇ ਸੀਗੇ। ਉਹਦਾ ਜਿਹੜਾ ਪੰਪ ਸੀ ਉਹ ਬੰਦ ਸੀ ਕਿਉਂਕਿ ਰੈਨੋਵੇਸ਼ਨ ਹੋ ਰਹੀ ਸੀਗੀ। ਉਹ ਕਹਿੰਦਾ ਵੀ ਮੈਂ ਪੈਸੇ ਕਿੱਥੋਂ ਦੇ ਨਹੀਂ ਸਕਦਾ ਜੇ। ਇਹ ਕਹਿੰਦੇ ਫਿਰ ਸਾਨੂੰ ਲੈਣੇ ਆਉਂਦੇ ਆ। ਇਸ ਚੀਜ਼ ਦੇ ਪੈਸੇ ਮੰਗ ਰਹੇ ਸੀ? ਪੈਸੇ ਵੈਸੇ ਹੈਲਪ ਦੇ, ਪਹਿਲਾਂ ਕਿਤੇ ਦੀ ਮਦਰ ਬਿਮਾਰ ਸੀਗੀ, ਉਦੋਂ ਵੀ ਉਹਨੇ ਦਿੱਤੇ, ਹੱਥ ਆਧਾਰ ਹੀ ਸੀਗਾ। ਜਾਣਕਾਰੀ ਆ ਬਸ? ਹਾਂਜੀ, ਜਾਣਕਾਰ ਸੀਗੇ ਪਹਿਲਾਂ। ਨਹੀਂ, ਉਹ ਜਿਹੜਾ ਕਸਟਡੀ 'ਚ ਤਾਂ ਬਲਦੇਵ ਹੈ ਅਕਿਊਜ਼, ਜਿਹੜਾ ਹਰਮਨ ਦੇ ਬਿਆਨ ਤੇ ਕਾਰਵਾਈ ਕਰਾਂਗੇ ਅਸੀਂ। मोगा से संजीव कुमार अरोड़ा की रिपोर्ट।